ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਅਮਰੀਕਾ ਬਾਰਡਰ ਦੇ ਉੱਪਰ ਟਰੂਡੋ ਦਾ ਬਿਆਨ, ਬਾਰਡਰ ਖੁੱਲਣਗੇ ਪਰ ਹਾਲੇ ਨਹੀਂ। ਕੈਨੇਡਾ ਦੇ ਵਿੱਚ ਇਸ ਸਾਲ ਘਰਾਂ ਦੀ ਹੋਵੇਗੀ ਰਿਕਾਰਡ ਸੇਲ, CREA ਨੇ ਦਿੱਤੀ ਜਾਣਕਾਰੀ। ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਫਿਰ ਤੋਂ ਲੱਗੇਗੀ ਰੌਣਕ, ਵਿਦਿਆਰਥੀ ਆ ਸਕਣਗੇ ਕਲਾਸਾਂ ਦੇ ਵਿੱਚ। ਵਾਲਮਾਰਟ ਨੇ ਕੈਨੇਡਾ ਦੇ ਵਿੱਚ ਚੁੱਕਿਆ ਵੱਡਾ ਕਦਮ, ਕੈਨੇਡਾ ਦੇ ਵਿੱਚ 6 ਸਟੋਰ ਕੀਤੇ ਜਾ ਰਹੇ ਬੰਦ। ਟਰੂਡੋ ਦਾ ਐਸਟ੍ਰਾਜੈਨਿਕਾ ਦੇ ਬਾਰੇ ਵਿੱਚ ਦਾਅਵਾ, ਟਰੂਡੋ ਨੇ ਕਿਹਾ ਐਸਟ੍ਰਾਜੈਨਿਕਾ ਹੈ ਸੁਰੱਖਿਅਤ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵਿਚਕਾਰ ਗੱਲਬਾਤ ਹੋਈ। ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੁੱਦਾ ਚੁੱਕਿਆ ਗਿਆ ਕਿ ਕੈਨੇਡਾ US ਬਾਰਡਰ ਖੋਲ੍ਹਿਆ ਜਾਵੇ। ਅਮਰੀਕਾ ਦੇ ਕਈ ਸਿਆਸਤਦਾਨ ਇਹ ਮੰਗ ਕਰ ਰਹੇ ਨੇ ਕਿ ਜਲਦ ਤੋਂ ਜਲਦ ਬਾਰਡਰ ਖੋਲ੍ਹਿਆ ਜਾਵੇ ਕਿਉਂਕਿ ਕਾਰੋਬਾਰ ਵੀ ਇਸ ਦੇ ਨਾਲ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਰਹੇ ਨੇ। ਪਰ ਪ੍ਰਧਾਨ ਮੰਤਰੀ ਟਰੂਡੋ ਦੀ ਜੇਕਰ ਗੱਲ ਕਰੀਏ, ਉਹਨਾਂ ਕਿਹਾ ਕਿ ਇਹ ਬਾਰਡਰ ਖੋਲ੍ਹਿਆ ਤਾਂ ਜਾਵੇਗਾ ਪਰ ਅੱਜ ਉਹ ਸਮਾਂ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਕੈਨੇਡਾ ਵੱਲੋਂ ਅਜੇ ਇਸ ਦੇ ਬਾਰੇ ਵਿੱਚ ਐਲਾਨ ਨਹੀਂ ਕੀਤਾ ਜਾਵੇਗਾ ਕਿ ਕਦੋਂ ਕੈਨੇਡਾ US ਬਾਰਡਰ ਖੁੱਲੇਗਾ। ਕੈਨੇਡਾ US ਬਾਰਡਰ ਜਲਦ ਖੁੱਲੇਗਾ ਪਰ ਇਸ ਵਾਸਤੇ ਸੰਯਮ ਜਾਨੀ ਕਿ ਪੇਸ਼ੈਂਸ ਰੱਖਣ ਦੀ ਜ਼ਰੂਰਤ ਹੈ। ਇਹ ਗੱਲ ਕਹੀ ਗਈ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਦ ਹੀ ਇਹ ਬਾਰਡਰ ਖੁੱਲ ਸਕਦਾ ਹੈ ਪਰ ਅੱਜ ਉਹ ਸਮਾਂ ਨਹੀਂ ਹੈ। ਦੋਹਾਂ ਪਾਸਿਆਂ ਦੇ ਲੋਕਾਂ ਨੂੰ ਇਸ ਸਮੇਂ ਪੇਸ਼ੈਂਸ ਰੱਖਣ ਦੀ ਖਾਸ ਜ਼ਰੂਰਤ ਹੈ ਕਿਉਂਕਿ ਕੋਵਿਡ-19 ਪੈਂਡੇਮਿਕ ਅਜੇ ਵੀ ਖਤਮ ਨਹੀਂ ਹੋਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵਿਚਕਾਰ ਜੋ ਗੱਲਬਾਤ ਹੋਈ, ਉਸ ਤੋਂ ਬਾਅਦ ਇੱਕ ਵਾਰ ਫਿਰ US ਕੈਨੇਡਾ ਬਾਰਡਰ ਖੋਲ੍ਹਣ ਦੀ ਮੰਗ ਉੱਠਣ ਲੱਗੀ ਹੈ। ਅਮਰੀਕਾ ਦੇ ਕੁਝ ਸਿਆਸਤਦਾਨਾਂ ਵੱਲੋਂ ਇਹ ਮੰਗ ਰਾਸ਼ਟਰਪਤੀ ਜੋ ਬਾਈਡਨ ਤੋਂ ਕੀਤੀ ਗਈ ਕਿ ਜਲਦ ਤੋਂ ਜਲਦ ਕੈਨੇਡਾ US ਬਾਰਡਰ ਨੂੰ ਖੋਲ੍ਹਿਆ ਜਾਵੇ ਕਿਉਂਕਿ ਇਸ ਦੇ ਨਾਲ ਕਾਫੀ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਇਹੀ ਗੱਲ ਕਹਿ ਰਹੇ ਨੇ, ਪੈਂਡੇਮਿਕ ਦੇ ਦੌਰਾਨ ਉਹ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ, ਜਿਸ ਦਾ ਮਤਲਬ ਹੈ ਕਿ ਉਹਨਾਂ ਵੱਲੋਂ ਅਜੇ ਕੈਨੇਡਾ ਅਤੇ US ਬਾਰਡਰ ਖੋਲ੍ਹਣ ਦੇ ਬਾਰੇ ਵਿੱਚ ਕੋਈ ਐਲਾਨ ਨਹੀਂ ਕੀਤਾ ਜਾ ਰਿਹਾ। There are ongoing discussions with the American administration on our border restrictions. We know that the first priority will always be ensuring the safety and security of our citizens, while at the same time ensuring the flow of goods across our border. $2 billion worth of goods every day flow across that border, and it was really important even when we brought in those original restrictions back in March a year ago that the flow of goods not be interrupted. And that's exactly what we've seen, but we're all eager to be able to travel again. It was very exciting for me to be able to come to Montreal for this announcement this morning, but I think we're all going to wait patiently until such a time as the health situation allows us to loosen border restrictions internationally. That'll be eventually, but not for today. CREA ਵੱਲੋਂ ਇੱਕ ਜਾਣਕਾਰੀ ਸਾਹਮਣੇ ਲਿਆਂਦੀ ਗਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਕੈਨੇਡਾ ਅੰਦਰ ਇਸ ਸਾਲ ਦੇ ਵਿੱਚ ਘਰਾਂ ਦੀ ਜਿਹੜੀ ਰਿਕਾਰਡ ਤੋੜ ਸੇਲ ਹੋਵੇਗੀ। ਉਹਨਾਂ ਵੱਲੋਂ तमाम ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਨਾਲ ਦੀ ਨਾਲ ਉਹਨਾਂ ਵੱਲੋਂ ਇਹ ਦੱਸਿਆ ਕਿ ਕਦੋਂ ਜਿਹੜਾ ਹੈ ਇਹ ਪੂਰੀ ਮਾਰਕੀਟ ਕੂਲ ਹੋਵੇਗੀ। ਸੋ ਕਦੋਂ ਹੋਵੇਗੀ, ਜਾਣੋ ਇਸ ਖਬਰ ਤੋਂ। ਕੈਨੇਡਾ ਰੀਅਲ ਏਸਟੇਟ ਐਸੋਸੀਏਸ਼ਨ ਨੇ ਕਿਹਾ ਹੈ ਕਿ ਇਸ ਸਾਲ ਕੈਨੇਡਾ ਦੇ ਅੰਦਰ ਘਰਾਂ ਦੀ ਸੇਲ ਕਾਫੀ ਮਜ਼ਬੂਤ ਰਹਿਣ ਵਾਲੀ ਹੈ। ਇੱਥੇ ਰਿਕਾਰਡ ਤੋੜ ਸੇਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 2022 ਤੋਂ ਇਹ ਕੂਲ ਹੋਣਾ ਸ਼ੁਰੂ ਹੋ ਜਾਵੇਗਾ। ਐਸੋਸੀਏਸ਼ਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਮੀਦ ਹੈ ਕਿ ਕੈਨੇਡੀਅਨ MLS ਸਿਸਟਮ ਦੇ ਤਹਿਤ 7,02,000 ਪ੍ਰਾਪਰਟੀਜ਼ ਟ੍ਰੇਡ ਕੀਤੀਆਂ ਜਾਣਗੀਆਂ, ਜੋ ਕਿ 2020 ਦੇ ਵਿੱਚ 5,51,262 ਸੀ। 2021 ਦੇ ਵਿੱਚ ਘਰਾਂ ਦੀ ਕੀਮਤ ਅੰਦਰ ਨੈਸ਼ਨਲ ਐਵਰੇਜ 16.5% ਨਾਲ ਵਾਧਾ ਹੋਇਆ, ਜੋ ਕਿ ਸਾਲਾਨਾ ਬੇਸਿਸ ਦੇ ਉੱਪਰ 2021 ਦੇ ਵਿੱਚ $6,65,000 ਹੈ ਅਤੇ 2022 ਦੇ ਵਿੱਚ $6,79,341 ਹੈ। CREA ਮੁਤਾਬਕ ਘਰਾਂ ਦੀ ਸੇਲ ਫਰਵਰੀ ਦੇ ਵਿੱਚ 6.6% ਦੇ ਨਾਲ ਵਧੀ ਹੈ। ਫਰਵਰੀ ਮਹੀਨੇ ਦੀ ਜੇਕਰ ਗੱਲ ਕਰੀਏ ਤਾਂ ਘਰਾਂ ਦੀ ਕੀਮਤ ਐਕਚੁਅਲ ਨੈਸ਼ਨਲ ਐਵਰੇਜ $6,78,091 ਹੈ, ਜੋ ਕਿ ਪਹਿਲਾਂ ਨਾਲੋਂ 25% ਤੱਕ ਵਧੀ ਹੈ। ਸੋ ਕੈਨੇਡਾ ਰੀਅਲ ਏਸਟੇਟ ਐਸੋਸੀਏਸ਼ਨ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ, ਜੋ ਰਿਪੋਰਟ ਪੇਸ਼ ਕੀਤੀ ਗਈ ਹੈ, ਉਸ ਦੇ ਮੁਤਾਬਕ ਇੱਥੇ ਘਰਾਂ ਦੀ ਸੇਲ ਇਸ ਸਾਲ ਕਾਫੀ ਜ਼ਿਆਦਾ ਮਜ਼ਬੂਤ ਰਹਿਣ ਵਾਲੀ ਹੈ। ਅੰਤਰਰਾਸ਼ਟਰੀ ਵਿਦਿਆਰਥੀ ਅਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਵਾਲੇ ਸਟੂਡੈਂਟਸ ਦੇ ਵਾਸਤੇ ਖਬਰ ਹੈ ਕਿ ਹੁਣ ਇੱਥੇ ਕਲਾਸਾਂ ਦੇ ਵਿੱਚ ਜਾ ਕੇ
ਜਿਹੜੇ ਵਿਦਿਆਰਥੀ ਨੇ ਉਹ ਪੜ੍ਹਾਈ ਕਰ ਸਕਣਗੇ। ਵੱਖ-ਵੱਖ ਪ੍ਰੋਵਿੰਸਸ ਦੀਆਂ ਯੂਨੀਵਰਸਿਟੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਕਿਸ ਤਰ੍ਹਾਂ ਇੱਥੇ ਜੋ ਫਾਲ ਸੈਮੈਸਟਰ ਦੀ ਸ਼ੁਰੂਆਤ ਹੋਵੇਗੀ ਉੱਥੇ ਵਿਦਿਆਰਥੀ ਕਲਾਸਾਂ ਦੇ ਵਿੱਚ ਆ ਕੇ ਆਪਣੀ ਪੜ੍ਹਾਈ ਕਰ ਸਕਣਗੇ ਅਤੇ ਕਿਸ ਤਰ੍ਹਾਂ ਉਹਨਾਂ ਵੱਲੋਂ ਕੋਵਿਡ-19 ਸੇਫਟੀ ਸੁਰੱਖਿਆ ਦਾ ਖਾਸ ਤੌਰ ਦੇ ਉੱਪਰ ਖਿਆਲ ਰੱਖਿਆ ਜਾਵੇਗਾ। ਇਸ ਫਾਲ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਫਿਰ ਤੋਂ ਵਿਦਿਆਰਥੀ ਪਰਤ ਸਕਣਗੇ। ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਸਾਲ ਸਤੰਬਰ ਆਖਿਰ ਤੱਕ ਸਾਰੇ ਕੈਨੇਡੀਅਨਸ ਨੂੰ ਕੋਰੋਨਾ ਟੀਕਾ ਲਗਾ ਦਿੱਤਾ ਜਾਵੇਗਾ। ਇਸ ਦੇ ਚੱਲਦਿਆਂ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਨੂੰ ਪੂਰਾ ਭਰੋਸਾ ਹੈ ਕਿ ਸਮੈਸਟਰ ਦੇ ਵਿੱਚ ਵਿਦਿਆਰਥੀ ਸੁਰੱਖਿਅਤ ਵਾਪਸ ਆਉਣਗੇ। ਇਹ ਸਭ ਪਬਲਿਕ ਹੈਲਥ ਅਥਾਰਟੀ ਦੇ ਉੱਪਰ ਨਿਰਭਰ ਕਰਦਾ ਹੈ। ਜਦੋਂ ਯੂਨੀਵਰਸਿਟੀਜ਼ ਆਫੀਸ਼ੀਅਲ ਐਲਾਨ ਕਰਨਗੀਆਂ ਤਾਂ ਉਹਨਾਂ ਨੂੰ ਕੋਰੋਨਾ ਵਾਇਰਸ ਦੀ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਣਾ ਹੋਵੇਗਾ। ਜੋ ਇਸ ਸਮੇਂ ਯਾਤਰਾ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਅਧੀਨ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਮਹੀਨੇ ਦੇ ਆਖਿਰ ਤੱਕ ਕੈਨੇਡਾ ਵੱਲੋਂ ਯੂਐਸ ਰੈਜ਼ੀਡੈਂਟਸ ਦੇ ਵਾਸਤੇ ਯਾਤਰਾ ਪਾਬੰਦੀਆਂ ਦੇ ਬਾਰੇ ਅਪਡੇਟ ਸਾਂਝੀ ਕੀਤੀ ਜਾਵੇਗੀ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਾਰਚ 8 ਨੂੰ ਹੈਲਥ ਮਿਨਿਸਟਰ ਨੇ ਸਲਾਹ ਦਿੱਤੀ ਕਿ ਪ੍ਰੋਵਿੰਸ ਔਨ ਕੈਂਪਸ ਦੇ ਵਾਸਤੇ ਤਿਆਰ ਹੋ ਜਾਵੇ। ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਯੂਨੀਵਰਸਿਟੀਆਂ ਦੇ ਵੱਲੋਂ ਇਨ ਪਰਸਨ ਕਲਾਸਿਸ ਦੇ ਬਾਰੇ ਵਿੱਚ ਆਪਣੀਆਂ ਯੋਜਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਦੇ ਵਿੱਚ ਸਟੂਡੈਂਟਸ ਅਤੇ ਸਟਾਫ ਦੀ ਸੇਫਟੀ ਦਾ ਖਾਸ ਤੌਰ ਦੇ ਉੱਪਰ ਖਿਆਲ ਰੱਖਿਆ ਜਾ ਰਿਹਾ ਹੈ। ਇਸ ਦੇ ਵਾਸਤੇ ਵੀ ਪੂਰੀ ਪਲੈਨਿੰਗ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਆਫ ਐਲਬਰਟਾ ਇਸ ਸਮੇਂ ਪੂਰੀ ਤਿਆਰੀ ਕਰ ਰਹੀ ਹੈ ਤਾਂ ਕਿ ਸਟੂਡੈਂਟਸ ਅਤੇ ਸਟਾਫ ਵਾਪਸ ਤੋਂ ਕੈਂਪਸ ਦੇ ਵਿੱਚ ਆ ਸਕਣ। ਉਹਨਾਂ ਵੱਲੋਂ ਫਾਲ ਸਮੈਸਟਰ 2021 ਦੇ ਬਾਰੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਸਸਕੈਚਵਾਨ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ 2022 ਦੇ ਸਮੈਸਟਰ ਦੇ ਵਿੱਚ ਹੀ ਪੂਰੀ ਤਰ੍ਹਾਂ ਦੇ ਨਾਲ ਕਲਾਸਿਸ ਦੇ ਵਿੱਚ ਵਿਦਿਆਰਥੀ ਆ ਸਕਣਗੇ। ਯੂਨੀਵਰਸਿਟੀ ਆਫ ਬ੍ਰੈਂਟਨ ਮੈਨੀਟੋਬਾ ਵੱਲੋਂ ਅਜੇ ਕੋਈ ਵੀ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਨਹੀਂ ਦਿੱਤੀ ਗਈ। ਯੂਨੀਵਰਸਿਟੀ ਆਫ ਟੋਰਾਂਟੋ ਵੱਲੋਂ ਵੀ ਇਸ ਦੇ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਸ ਫਾਲ ਸਟੂਡੈਂਟਸ ਕਲਾਸਿਸ ਦੇ ਵਿੱਚ ਵਾਪਸ ਆ ਸਕਣ। ਉਮੀਦ ਕੀਤੀ ਜਾ ਰਹੀ ਹੈ ਕਿ ਫੈਕਲਟੀ, ਸਟਾਫ ਅਤੇ ਲਾਇਬ੍ਰੇਰੀਅਨ ਵੀ ਕੈਂਪਸ ਦੇ ਵਿੱਚ ਵਾਪਸ ਆ ਸਕਣ। ਇਸ ਮੌਕੇ ਤੇ ਵਿਦਿਆਰਥੀਆਂ ਦੀ ਸੇਫਟੀ ਦਾ ਵੀ ਖਾਸ ਤੌਰ ਦੇ ਉੱਪਰ ਖਿਆਲ ਰੱਖਿਆ ਜਾਵੇਗਾ। ਕਿਊਬੈਕ ਦੇ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਇੱਥੇ ਇਨ ਪਰਸਨ ਇੰਸਟਰਕਸ਼ਨਸ ਹਫ਼ਤੇ ਦੇ ਵਿੱਚ ਇੱਕ ਦਿਨ ਦੇ ਵਾਸਤੇ ਰੱਖੀਆਂ ਜਾ ਸਕਦੀਆਂ ਨੇ। ਇਸ ਵਾਸਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇੱਥੇ ਵਿਦਿਆਰਥੀਆਂ ਨੂੰ ਮਾਸਕ ਪਾਉਣੇ ਲਾਜ਼ਮੀ ਹੋਣਗੇ ਅਤੇ ਫਿਜ਼ੀਕਲ ਡਿਸਟੈਂਸਿੰਗ ਦਾ ਖਾਸ ਤੌਰ ਦੇ ਉੱਪਰ ਖਿਆਲ ਰੱਖਿਆ ਜਾਵੇਗਾ। ਨਿਊ ਬਰਨਸਵਿਕ ਦੇ ਵਿੱਚ ਫਾਲ 2021 ਦੇ ਵਾਸਤੇ ਆਨਲਾਈਨ ਅਤੇ ਇਨ ਪਰਸਨ ਕਲਾਸਿਸ ਦੋਹਾਂ ਦੀ ਸੁਵਿਧਾ ਦਿੱਤੀ ਜਾਵੇਗੀ। ਇੱਥੋਂ ਦੀ ਯੂਨੀਵਰਸਿਟੀ ਵੱਲੋਂ ਮਈ ਅਤੇ ਜੂਨ ਦੇ ਵਿਚਕਾਰ ਇੱਕ ਫਾਈਨਲ ਅਨਾਉਂਸਮੈਂਟ ਕੀਤੀ ਜਾਵੇਗੀ। ਨੋਵਾ ਸਕੋਸ਼ੀਆ ਦੇ ਵਿੱਚ ਵੀ ਇਸ ਫਾਲ ਉਮੀਦ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਫਿਰ ਤੋਂ ਕਲਾਸਾਂ ਦੇ ਵਿੱਚ ਵਾਪਸ ਆ ਸਕਣ। ਕੈਨੇਡਾ ਦੇ ਵਿੱਚ ਵਾਲਮਾਰਟ ਵੱਲੋਂ ਇੱਕ ਖਬਰ ਸਾਂਝੀ ਕੀਤੀ ਗਈ ਹੈ ਕਿ ਇੱਥੋਂ ਦੇ 6 ਸਟੋਰ ਬੰਦ ਕੀਤੇ ਜਾ ਰਹੇ ਨੇ। ਬੰਦ ਇਸ ਕਰਕੇ ਕੀਤੇ ਜਾ ਰਹੇ ਨੇ ਤਾਂ ਕਿ ਵਾਲਮਾਰਟ ਵੱਲੋਂ ਆਪਣੇ ਜੋ ਬਾਕੀ 60% ਸਟੋਰ ਹਨ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣ। ਇੱਕ ਵੱਡੀ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਤਾਂ ਕਿ ਸਟੋਰਾਂ ਦੀ ਦਿੱਖ ਜਿਹੜੀ ਹੈ ਅਤੇ ਉਸ ਦਾ ਜਿਹੜਾ ਮਾਹੌਲ ਹੈ ਉਸ ਨੂੰ ਬਦਲਿਆ ਜਾਵੇ। ਨਾਲ ਦੀ ਨਾਲ ਆਪਣੇ ਆਨਲਾਈਨ ਜਿਹੜਾ ਬਿਜ਼ਨਸ ਕਾਰੋਬਾਰ ਹੈ ਉਸ ਦੇ ਉੱਪਰ ਵੀ ਕੰਮ ਕੀਤਾ ਜਾਵੇਗਾ। ਕੈਨੇਡਾ ਦੇ ਵਾਲਮਾਰਟ ਵੱਲੋਂ ਆਪਣੇ 6 ਸਟੋਰ ਬੰਦ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਵਾਲਮਾਰਟ ਵੱਲੋਂ ਆਪਣੇ ਬਾਕੀ ਸਟੋਰਾਂ ਦੀ ਲੁੱਕ ਅਤੇ ਫੀਲ ਦੇ ਵਾਸਤੇ $500 ਮਿਲੀਅਨ ਖਰਚ ਕੀਤੇ ਜਾ ਰਹੇ ਹਨ। ਇਹਨਾਂ ਨਹੀਂ, ਇਹਨਾਂ ਵੱਲੋਂ ਆਪਣੇ ਆਨਲਾਈਨ ਬਿਜ਼ਨਸ ਦੇ ਵਾਸਤੇ ਵੀ ਕੰਮ ਕੀਤਾ ਜਾਵੇਗਾ। ਚੇਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਓਨਟਾਰੀਓ ਦੇ 3 ਸਟੋਰ ਜੋ ਕਿ ਮਿਸੀਸਾਗਾ, ਹੈਮਿਲਟਨ ਅਤੇ ਕਿਚਨਰ ਦੇ ਵਿੱਚ ਹਨ। 2 ਐਲਬਰਟਾ ਦੇ ਸਟੋਰ ਜੋ ਕਿ ਕੈਲਗਰੀ ਅਤੇ ਐਡਮੌਂਟਨ ਦੇ ਵਿੱਚ ਹਨ। ਇਸ ਦੇ ਨਾਲ ਹੀ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵਾਲੇ ਸਟੋਰਸ ਨੂੰ ਬੰਦ ਕੀਤਾ ਜਾ ਰਿਹਾ ਹੈ। ਮਿਸੀਸਾਗਾ ਬੇਸਡ ਰਿਟੇਲਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਵਰਕਰਸ ਜਿਹੜੇ ਇੱਥੇ ਕੰਮ ਕਰਨ ਵਾਲੇ ਸਨ ਉਹਨਾਂ ਨੂੰ ਆਸ-ਪਾਸ ਦੇ ਸਟੋਰਸ ਦੇ ਵਿੱਚ ਨੌਕਰੀ ਦਿੱਤੀ ਜਾਵੇਗੀ। ਵਾਲਮਾਰਟ ਕੈਨੇਡਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ $500 ਮਿਲੀਅਨ ਦੀ ਇਨਵੈਸਟਮੈਂਟ ਕੀਤੀ ਜਾ ਰਹੀ ਹੈ। ਇਹ ਇਨਵੈਸਟਮੈਂਟ ਵਾਲਮਾਰਟ ਦੇ 60% ਸਟੋਰਸ ਦੇ ਉੱਪਰ ਕੀਤੀ ਜਾਵੇਗੀ। ਇੱਥੇ ਕਈ ਤਰ੍ਹਾਂ ਦੀ ਸੁਧਾਰ ਕੀਤੀ ਜਾਵੇਗੀ ਜਿਵੇਂ ਕਿ ਇੱਥੇ ਲਾਈਟਿੰਗ, ਰਿਪੇਅਰ, ਪੇਂਟ, ਵਰਕਰਸ, ਸਟਾਫ ਇਹਨਾਂ ਸਭ ਦੇ ਉੱਪਰ ਅਤੇ ਇਹਨਾਂ ਦੇ ਸੁਧਾਰ ਦੇ ਵਾਸਤੇ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਵੱਲੋਂ ਪਿਕਅਪ ਸਪੇਸਿਸ ਆਨਲਾਈਨ ਆਰਡਰ ਦੇ ਵਾਸਤੇ ਵੀ ਇੰਪਰੂਵ ਕੀਤੀਆਂ ਜਾਣਗੀਆਂ। ਵਾਲਮਾਰਟ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ CEO ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਸਮੇਂ ਉਹਨਾਂ ਦਾ ਮੁੱਖ ਮਕਸਦ ਸਟੋਰਸ ਦੀ ਦਿੱਖ ਨੂੰ ਸੁੰਦਰ ਕਰਨਾ ਅਤੇ ਨਾਲ ਦੀ ਨਾਲ ਕਸਟਮਰਸ ਦੇ ਵਾਸਤੇ ਇਸ ਨੂੰ ਬਿਹਤਰ ਬਣਾਉਣਾ ਹੈ।
ਬਹੁਤ ਸਾਰੇ ਦੇਸ਼ਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਇਸ ਦੀ ਐਮਰਜੈਂਸੀ ਵਰਤੋਂ ਦੇ ਉੱਪਰ ਵੀ ਕਈਆਂ ਵੱਲੋਂ ਰੋਕ ਲਗਾਈ ਗਈ ਹੈ। ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਕਿਹਾ ਕਿ ਐਸਟ੍ਰਾਜੈਨੇਕਾ ਦਾ ਟੀਕਾ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ। ਹੈਲਥ ਕੈਨੇਡਾ ਵੱਲੋਂ ਇਸ ਦੀ ਪੂਰੀ ਇਨਫੋਰਮੇਸ਼ਨ ਦੇ ਉੱਪਰ ਐਨਾਲਾਈਜ਼ ਇਸ ਨੂੰ ਕੀਤਾ ਗਿਆ। ਉਸ ਤੋਂ ਬਾਅਦ ਹੀ ਕੈਨੇਡਾ ਅੰਦਰ ਇਸ ਨੂੰ ਹਰੀ ਝੰਡੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਐਸਟ੍ਰਾਜੈਨੇਕਾ ਵੈਕਸੀਨ ਵੀ ਲਗਵਾ ਸਕਦੇ ਹੋ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਕਿਹਾ ਕਿ ਐਸਟ੍ਰਾਜੈਨੇਕਾ ਵੈਕਸੀਨ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ। ਕਈ ਦੇਸ਼ਾਂ ਵੱਲੋਂ ਇਸ ਟੀਕੇ ਦੇ ਇਸਤੇਮਾਲ ਨੂੰ ਸਸਪੈਂਡ ਕਰ ਦਿੱਤਾ ਗਿਆ, ਪਰ ਟਰੂਡੋ ਦਾ ਕਹਿਣਾ ਹੈ ਕਿ ਹੈਲਥ ਕੈਨੇਡਾ ਸਾਰੀ ਜਾਣਕਾਰੀ ਦੇ ਨਾਲ ਇਸ ਟੀਕੇ ਨੂੰ ਐਨਾਲਾਈਜ਼ ਕਰ ਰਹੀ ਹੈ ਅਤੇ ਉਹਨਾਂ ਵੱਲੋਂ ਇਸ ਨੂੰ ਸੁਰੱਖਿਅਤ ਦੱਸਿਆ ਗਿਆ। ਉਹਨਾਂ ਕਿਹਾ ਕਿ ਸਾਡੇ ਐਕਸਪਰਟਸ ਵੱਲੋਂ ਪੂਰੀ ਤਰ੍ਹਾਂ ਇਸ ਦੀ ਜਾਂਚ ਕੀਤੀ ਗਈ ਹੈ। ਕੈਨੇਡਾ ਦੇ ਵਿੱਚ ਇਸ ਨੂੰ ਸੇਫ ਦੱਸਿਆ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਵੀ ਤੁਹਾਨੂੰ ਐਸਟ੍ਰਾਜੈਨੇਕਾ ਵੈਕਸੀਨ ਲਗਾਉਣ ਦਾ ਮੌਕਾ ਮਿਲੇ ਤਾਂ ਇਸ ਟੀਕੇ ਨੂੰ ਜ਼ਰੂਰ ਲਗਵਾਓ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੱਤੀ ਕਿ ਕੈਨੇਡਾ ਨੂੰ ਜਿਹੜਾ ਐਸਟ੍ਰਾਜੈਨੇਕਾ ਦਾ ਬੈਚ ਪਹੁੰਚਿਆ ਹੈ ਉਸ ਤੋਂ ਬਾਅਦ ਕਿਸੇ ਵੀ ਤਰੀਕੇ ਦਾ ਅਜੇ ਸਾਈਡ ਇਫੈਕਟ ਕਿਸੇ ਵਿੱਚ ਵੀ ਰਿਪੋਰਟ ਨਹੀਂ ਹੋਇਆ। ਅਜਿਹੀ ਹੀ ਜਾਣਕਾਰੀ ਕਿਬੈਕ ਦੇ ਪ੍ਰੀਮੀਅਰ ਵੱਲੋਂ ਵੀ ਦਿੱਤੀ ਗਈ ਹੈ। ਉਹਨਾਂ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਕਿ ਪ੍ਰੋਵਿੰਸ਼ੀਅਲ ਹੈਲਥ ਆਫੀਸ਼ੀਅਲਸ ਨੂੰ ਅਜੇ ਤੱਕ ਕੋਈ ਵੀ ਅਜਿਹੀ ਰਿਸਕ ਦੀ ਜਾਣਕਾਰੀ ਨਹੀਂ ਮਿਲੀ ਜੋ ਕਿ ਐਸਟ੍ਰਾਜੈਨੇਕਾ ਵੈਕਸੀਨ ਦੇ ਨਾਲ ਜੁੜੀ ਹੋਵੇ। ਦੱਸਿਏ ਕਿ ਐਸਟ੍ਰਾਜੈਨੇਕਾ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਟੀਕੇ ਨੂੰ 17 ਮਿਲੀਅਨ ਪੇਸ਼ੈਂਟ ਦੇ ਉੱਪਰ ਰਿਵਿਊ ਕੀਤਾ ਗਿਆ, ਪਰ ਉਹਨਾਂ ਨੂੰ ਇਸ ਦੇ ਨਾਲ ਜੁੜਿਆ ਹੋਇਆ ਕੋਈ ਵੀ ਰਿਸਕ ਸਾਹਮਣੇ ਨਹੀਂ ਮਿਲਿਆ। Health Canada and our experts and scientists have spent an awful lot of time making sure that every vaccine approved in Canada is both safe and effective. Therefore, the best vaccine for you to take is the very first one that is offered to you. That is how we get through this as quickly as possible and as safely as possible. I think Canada's energy industry is going to find its future right across the country. There's no question that Quebec has long been a leader in electrification and in the kind of green jobs and green leadership that we've seen and that the Premier has talked about. But we know that the expertise in energy that exists right across the country, particularly in Saskatchewan and Alberta, is going to be essential as we transform our economies, as we transform our energy mix. That's why the federal government has been investing in partnership with provinces right across the country on innovations and investments to support workers as we move towards a greener future. Net zero by 50 will require every corner of the country to participate. And yes, Quebec is a leader in many ways, and I'm so pleased to be able to be here to make this announcement today. But there is leadership going on right across the country, and we all have to work together in order to get there. I was just talking with Premier Legault earlier about how good it felt for both of us to see our mums get vaccinated last week. My priority, I think all Canadians' priority, is seeing people who are vulnerable getting vaccinated as quickly as possible, and that's certainly what Quebec has been leading on right across the country. We've seen tremendous numbers of elderly, of Indigenous communities, of frontline workers getting vaccinated. But as Francois pointed out, over the coming weeks, we're going to be receiving more than 1 million vaccines a week into Canada. Vaccinations are going to ramp up across the country, and more essential workers are going to be able to get vaccinated. I'm focused on getting vaccines for as many Canadians as possible, as quickly as possible. I'm not overly focused on when my turn will come. When it comes, I will gladly get vaccinated, but I will wait my turn. ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਕੋਵਿਡ-19 ਦੇ ਚੱਲਦਿਆਂ ਪਾਬੰਦੀਆਂ ਲਗਾਈਆਂ ਗਈਆਂ। ਕਿਬੈਕ ਦੀ ਜੇਕਰ ਗੱਲ ਕਰੀਏ ਤੇ ਅਜਿਹਾ ਪਹਿਲਾ ਪ੍ਰੋਵਿੰਸ ਸੀ ਜਿਨ੍ਹਾਂ ਵੱਲੋਂ ਰਾਤ ਦਾ ਕਰਫਿਊ ਲਗਾਇਆ ਗਿਆ ਅਤੇ ਹੁਣ ਇਸ ਕਰਫਿਊ ਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ, ਜਿਸ ਦੀ ਜਾਣਕਾਰੀ ਪ੍ਰੀਮੀਅਰ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਸਮੇਂ ਕਿਬੈਕ ਦੇ ਵਿੱਚ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਜਾਂਦਾ ਹੈ, ਪਰ ਹੁਣ ਇਹ ਕੀਤਾ ਜਾ ਸਕਦਾ ਹੈ ਕਿ 9 ਵਜੇ ਜਾਂ ਫਿਰ 9:30 ਵਜੇ ਤੋਂ ਸ਼ੁਰੂਆਤ ਹੋਵੇ ਇਸ ਕਰਫਿਊ ਦੀ ਕਿਬੈਕ ਦੇ ਅੰਦਰ। ਡੇ ਲਾਈਟ ਟਾਈਮ ਇਫੈਕਟ ਵਿੱਚ ਆਉਣ ਤੋਂ ਬਾਅਦ ਕਿਬੈਕ ਦੇ ਪ੍ਰੀਮੀਅਰ ਵੱਲੋਂ ਕਿਹਾ ਗਿਆ ਕਿ ਇੱਥੇ ਕਰਫਿਊ ਦੇ ਵਿੱਚ ਬਦਲਾਅ ਕੀਤਾ ਜਾਵੇਗਾ। ਉਹਨਾਂ ਵੱਲੋਂ ਪਬਲਿਕ ਹੈਲਥ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਜਿਹਾ ਕੀਤਾ ਜਾ ਸਕਦਾ ਹੈ ਕਿ ਕਿਬੈਕ ਦੇ ਵਿੱਚ 8 ਵਜੇ ਦੀ ਬਜਾਏ 9 ਜਾਂ ਫਿਰ 9:30 ਵਜੇ ਤੋਂ ਕੁਝ ਖੇਤਰਾਂ ਦੇ ਲਈ ਕਰਫਿਊ ਦੀ ਸ਼ੁਰੂਆਤ ਕੀਤੀ ਜਾਵੇ।
ਇਸ ਦਾ ਐਲਾਨ ਉਹਨਾਂ ਵੱਲੋਂ ਜਲਦ ਹੀ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਸਮੇਂ ਕਿਊਬੈਕ ਦੇ ਵਿੱਚ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਜਾਂਦਾ ਹੈ। ਇਹ ਕਰਫਿਊ ਜਿਹੜੇ ਇੱਥੋਂ ਦੇ ਰੈੱਡ ਜ਼ੋਨ ਹਨ ਉੱਥੇ ਲਗਾਇਆ ਜਾ ਰਿਹਾ ਹੈ। ਕਿਊਬੈਕ ਦੇ ਕੁਝ ਖੇਤਰਾਂ ਦੇ ਵਿੱਚ ਕਰਫਿਊ ਦਾ ਸਮਾਂ 9:30 ਵਜੇ ਸ਼ਿਫਟ ਕੀਤਾ ਗਿਆ। ਉਹ ਇਸ ਕਰਕੇ ਕਿਉਂਕਿ ਇੱਥੇ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਗਿਰਾਵਟ ਦੇਖੀ ਗਈ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਕਿਊਬੈਕ ਹੀ ਅਜਿਹਾ ਪ੍ਰੋਵਿੰਸ ਹੈ ਜਿੱਥੇ ਰਾਤ ਦਾ ਕਰਫਿਊ ਲਗਾਇਆ ਜਾ ਰਿਹਾ ਹੈ। ਕਿਊਬੈਕ ਵੱਲੋਂ ਆਪਣੇ ਲਾਕਡਾਊਨ ਰੈਸਟ੍ਰਿਕਸ਼ਨਸ ਦੇ ਵਿੱਚ ਕਰਫਿਊ ਨੂੰ ਵੀ ਸ਼ਾਮਲ ਕੀਤਾ ਗਿਆ ਤਾਂ ਕਿ ਇੱਥੇ ਕਰੋਨਾ ਵਾਇਰਸ ਦੇ ਹਾਲਾਤ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ। ਕਿਉਂਕਿ ਹੁਣ ਕਿਊਬੈਕ ਦੇ ਵਿੱਚ ਦਿਨ ਵੱਡੇ ਹੋਣਗੇ ਅਤੇ ਗਰਮ ਮੌਸਮ ਦੀ ਸ਼ੁਰੂਆਤ ਹੋਵੇਗੀ, ਇਸੇ ਦੇ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਕਰਫਿਊ ਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਜਾਵੇ। ਪ੍ਰੀਮੀਅਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦਾ ਟੀਚਾ ਹੈ ਕਿ ਕਿਊਬੈਕ ਦੇ 65 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਅਗਲੇ ਮਹੀਨੇ ਕੋਵਿਡ-19 ਵੈਕਸੀਨ ਲਗਾ ਦਿੱਤਾ ਜਾਵੇਗਾ। Couple of hours of discussion with Dr. Arruda last Saturday, and it was part of the discussion to say with the light being on more during the day, should we change the curfew from 8 to 9 or 9:30? We're looking at that right now, and we may have to announce something soon. ਅਮਰੀਕਾ ਦੇ ਕੁਝ ਇਲਾਕਿਆਂ ਦੇ ਵਿੱਚ ਮੌਸਮ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਨਾਲ ਲੱਖਾਂ ਹੀ ਲੋਕ ਪ੍ਰਭਾਵਿਤ ਹੋਏ ਹਨ। ਸੋ ਇੱਥੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਉਡਾਨਾਂ ਇਸ ਖਰਾਬ ਮੌਸਮ ਦੇ ਚੱਲਦਿਆਂ ਪ੍ਰਭਾਵਿਤ ਹੋਈਆਂ ਨੇ। ਕਈ ਇਲਾਕਿਆਂ ਦੇ ਵਿੱਚ ਰਿਕਾਰਡ ਤੋੜ ਸਨੋ ਪੈਣ ਵਾਲੀ ਹੈ। ਕਿਹੜੇ ਇਲਾਕੇ ਪ੍ਰਭਾਵਿਤ ਹੋਏ ਹਨ ਦੱਸਾਂਗੇ ਇਸ ਖਬਰ ਦੇ ਵਿੱਚ। ਨਾਲ ਦੀ ਨਾਲ ਦੱਸ ਦਈਏ ਕਿ तमाम ਡਰਾਈਵਰਸ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਟਰੈਵਲ ਤੋਂ ਪਰਹੇਜ਼ ਕਰਨ। ਰੌਕੀਜ਼ ਅਤੇ ਵੈਸਟਰਨ ਪਲੇਨਸ ਇਲਾਕੇ ਭਾਰੀ ਬਰਫ਼ਬਾਰੀ ਦੇ ਨਾਲ ਪ੍ਰਭਾਵਿਤ ਹੋਏ ਹਨ। ਤਾਜ਼ਾ ਰਿਪੋਰਟ ਦੇ ਮੁਤਾਬਕ ਇਸ ਸਮੇਂ 8 ਮਿਲੀਅਨ ਤੋਂ ਵੱਧ ਅਮਰੀਕਨਸ ਵਿੰਟਰ ਵੈਦਰ ਅਲਰਟ ਤੋਂ ਪ੍ਰਭਾਵਿਤ ਹਨ। ਇਸ ਦੇ ਨਾਲ ਹੀ 1 ਲੱਖ ਦੇ ਕਰੀਬ ਲੋਕ ਬਲਿਜ਼ਰਡ ਵਾਰਨਿੰਗ ਦੇ ਨਾਲ ਪ੍ਰਭਾਵਿਤ ਹਨ। ਦੱਸ ਦਈਏ ਕਿ ਜਾਣਕਾਰੀ ਦਿੱਤੀ ਗਈ ਸੀ ਕਿ ਅੱਜ ਡੈਨਵਰ ਦੇ ਸਾਰੇ ਸਟੇਟ ਗਵਰਨਮੈਂਟ ਆਫਿਸ ਬੰਦ ਰਹਿਣਗੇ। ਆਸ-ਪਾਸ ਦੀਆਂ ਕਾਉਂਟੀਜ਼ ਦੇ ਵਿੱਚ ਵੀ ਖਰਾਬ ਮੌਸਮ ਦੇ ਚੱਲਦਿਆਂ ਅਜਿਹਾ ਦੇਖਣ ਨੂੰ ਮਿਲਿਆ। ਇੱਕ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਪਬਲਿਕ ਹੈਲਥ ਐਂਡ ਸੇਫਟੀ ਐਸੈਂਸ਼ੀਅਲ ਸਟੇਟ ਫੈਸਿਲਿਟੀਜ਼ ਆਪਣਾ ਕੰਮ ਚਾਲੂ ਰੱਖਣਗੀਆਂ। ਇਸ ਸਮੇਂ ਸਨੋ ਸਟ੍ਰੋਮ ਮਿਡਵੈਸਟ ਵੱਲ ਵਧ ਰਿਹਾ ਹੈ। ਡੈਨਵਰ 에ਅਰਪੋਰਟ ਦੇ ਉੱਪਰ ਖਰਾਬ ਮੌਸਮ ਦੇ ਚੱਲਦਿਆਂ ਕਈ ਉਡਾਨਾਂ ਵੀ ਪ੍ਰਭਾਵਿਤ ਹੋਈਆਂ। ਜੋ ਰਸਤੇ ਦੇ ਉੱਪਰ ਸਨੋ ਪਈ ਸੀ ਉਸ ਨੂੰ ਕ੍ਰਿਊ ਵੱਲੋਂ ਸਾਫ਼ ਕੀਤਾ ਗਿਆ। ਨਾਲ ਹੀ ਇਸ ਨੂੰ ਲੈ ਕੇ ਖਾਸ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਟਰੈਵਲ ਕਰਨ ਤੋਂ ਪਰਹੇਜ਼ ਕਰਨ, ਕਿਉਂਕਿ ਇਸ ਸਮੇਂ ਜੋ ਮੌਸਮ ਦੇ ਹਾਲਾਤ ਨੇ ਅਜਿਹੇ ਦੇ ਵਿੱਚ ਬਾਹਰ ਆਉਣਾ ਜਾਂ ਫਿਰ ਟਰੈਵਲ ਕਰਨਾ ਸੁਰੱਖਿਅਤ ਨਹੀਂ ਹੋਵੇਗਾ। ਸ਼ਾਇਨ ਵਾਇਓਮਿੰਗ ਦੇ ਵਿੱਚ 36 ਇੰਚ ਸਨੋ ਪਈ। ਦੱਸਿਏ ਕਿ ਇੱਥੇ 2 ਦਿਨਾਂ ਦਾ ਨਵਾਂ ਸਨੋਫਾਲ ਦਾ ਰਿਕਾਰਡ ਬਣਿਆ ਹੈ। ਪਿਛਲਾ ਰਿਕਾਰਡ ਨਵੰਬਰ 1979 ਦਾ ਸੀ, ਜਦੋਂ 25.2 ਇੰਚ ਸਨੋ ਪਈ ਸੀ। ਆਈਫੋਨ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਉਡੀਕ ਰਹਿੰਦੀ ਹੈ ਕਿ ਕਦੋਂ ਨਵਾਂ ਆਈਫੋਨ ਰਿਲੀਜ਼ ਹੋਵੇਗਾ। ਸੋ ਇਹ ਜੋ ਨਵਾਂ ਆਈਫੋਨ 13 ਹੁਣ ਲਾਂਚ ਕੀਤਾ ਜਾਣਾ ਹੈ, ਉਸ ਤੇ ਚੱਲਦਿਆਂ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਕਿਸੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦਾ ਸਕਰੀਨ ਕੁਝ ਇਸ ਤਰ੍ਹਾਂ ਦਿਖੇਗਾ, ਜਾਂ ਫਿਰ ਹੋਰ ਵੀ ਕਈ ਇਸ ਦੇ ਫੀਚਰ ਦੇ ਬਾਰੇ ਵਿੱਚ ਗੱਲਾਂ ਕਹੀਆਂ ਜਾ ਰਹੀਆਂ ਨੇ। ਪਰ ਇੱਕ ਖਾਸ ਗੱਲ, ਆਈਫੋਨ ਜਿਹੜੇ ਵਰਤ ਰਹੇ ਸਨ ਉਹਨਾਂ ਨੂੰ ਪਰੇਸ਼ਾਨੀ ਸਾਹਮਣੇ ਆ ਰਹੀ ਸੀ ਕਿ ਮਾਸਕ ਪਾਉਣ ਦੇ ਕਰਕੇ ਜਾਂ ਐਨਕ ਪਾਉਣ ਦੇ ਕਰਕੇ ਉਹਨਾਂ ਨੂੰ ਫੇਸ ਲੌਕ ਖੋਲ੍ਹਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਦਾ ਹੱਲ ਕੱਢਣ ਦੇ ਵਾਸਤੇ ਇਹ ਕਿਹਾ ਜਾ ਰਿਹਾ ਹੈ ਕਿ ਆਈਫੋਨ 13 ਦੇ ਵਿੱਚ ਇੱਕ ਵਾਰ ਫਿਰ ਤੋਂ ਟੱਚ ਬਟਨ ਜਿਹੜਾ ਹੈ ਉਹ ਦੁਬਾਰਾ ਤੋਂ ਪਾਇਆ ਜਾਵੇਗਾ। ਆਈਫੋਨ ਦੇ ਸ਼ੌਕੀਨ ਹੁਣ ਜਾਣਨਾ ਚਾਹੁੰਦੇ ਨੇ ਕਿ ਆਈਫੋਨ 13 ਦੇ ਵਿੱਚ ਕਿਹੜੇ-ਕਿਹੜੇ ਫੀਚਰ ਹੋਣਗੇ। ਇਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਆਈਫੋਨ 13 ਦੇ ਵਿੱਚ ਕਿਸ ਤਰ੍ਹਾਂ ਦੇ ਫੀਚਰ ਹੋ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਆਈਫੋਨ 13 ਦੇ ਵਿੱਚ ਟੱਚ ਆਈਡੀ ਦੀ ਵਾਪਸੀ ਹੋ ਸਕਦੀ ਹੈ। ਆਈਫੋਨ ਵੱਲੋਂ ਆਪਣੇ ਫੋਨਾਂ ਦੇ ਵਿੱਚ ਟੱਚ ਆਈਡੀ ਨੂੰ ਹਟਾ ਕੇ ਫੇਸ ਲੌਕ ਦਾ ਫੀਚਰ ਦਿੱਤਾ ਗਿਆ, ਪਰ ਇਸ ਦੇ ਨਾਲ ਵੀ ਕਈ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਖਾਸ ਕਰ ਜੋ ਲੋਕ ਐਨਕ ਪਾਉਂਦੇ ਨੇ ਉਹਨਾਂ ਨੂੰ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਆਈਫੋਨ ਵਾਲੇ ਆਪਣੀ ਫੇਸ ਆਈਡੀ ਦੇ ਨਾਲ ਫੋਨ ਨੂੰ ਅਨਲੌਕ ਨਹੀਂ ਕਰ ਪਾਉਂਦੇ। ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੁਣ ਕਿਹਾ ਜਾ ਰਿਹਾ ਹੈ ਕਿ ਆਈਫੋਨ 13 ਦੇ ਵਿੱਚ ਫੇਸ ਆਈਡੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਜਾ ਰਿਹਾ ਹੈ, ਕਿਉਂਕਿ ਹੁਣ ਆਈਫੋਨ 13 ਦੇ ਵਿੱਚ ਐਪ ਸੀ ਟੱਚ ਆਈਡੀ ਦੀ ਵਾਪਸੀ ਹੋਣ ਵਾਲੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਫੋਨ ਦੇ ਵਿੱਚ ਫੇਸ ਅਨਲੌਕ ਨਹੀਂ ਮਿਲੇਗਾ। ਇਸ ਨਵੇਂ ਫੋਨ ਦੇ ਵਿੱਚ ਫੇਸ ਆਈਡੀ ਅਤੇ ਟੱਚ ਆਈਡੀ ਦੋਵੇਂ ਹੋਣਗੇ। ਇਸ ਫੀਚਰ ਦੇ ਆਉਣ ਤੋਂ ਬਾਅਦ ਮਾਸਕ ਦੇ ਨਾਲ ਫੇਸ ਅਨਲੌਕ ਦੇ ਨਾਲ ਆਉਣ ਵਾਲੀ ਸਮੱਸਿਆ ਨੂੰ ਵੀ ਦੂਰ ਕੀਤਾ ਜਾਵੇਗਾ।
2017 ਦੇ ਵਿੱਚ ਆਈਫੋਨ ਵੱਲੋਂ ਆਪਣੀ ਟੱਚ ਆਈਡੀ ਨੂੰ ਹਟਾ ਦਿੱਤਾ ਗਿਆ ਸੀ। ਆਈਫੋਨ X ਨੂੰ ਪਹਿਲੀ ਵਾਰ ਫੇਸ ਆਈਡੀ ਦੇ ਨਾਲ ਲਾਂਚ ਕੀਤਾ ਗਿਆ ਸੀ। ਸੋ ਜਿਹੜੇ ਵੀ ਆਈਫੋਨ ਯੂਜ਼ਰਸ ਨੂੰ ਆਪਣੇ ਫੇਸ ਦੇ ਨਾਲ ਅਨਲੌਕ ਕਰਨ ਦੇ ਵਿੱਚ ਦਿੱਕਤ ਆਉਂਦੀ ਸੀ, ਉਹਨਾਂ ਵਾਸਤੇ ਇਹ ਹੁਣ ਆਸਾਨ ਹੋਣ ਵਾਲਾ ਹੈ। ਓਨਟਾਰੀਓ ਹਸਪੀਟਲ ਐਸੋਸੀਏਸ਼ਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਮੇਂ ਪ੍ਰੋਵਿੰਸ ਦੇ ਵਿੱਚ ਕਰੋਨਾ ਵਾਇਰਸ ਦੀ ਤੀਸਰੀ ਲਹਿਰ ਦੀ ਸ਼ੁਰੂਆਤ ਹੋ ਚੁੱਕੀ ਹੈ। ਉਹਨਾਂ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ ਓਨਟਾਰੀਓ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਜਿਹੜਾ ਵੇਰੀਐਂਟ ਹੈ ਉਸ ਦੇ ਨਾਲ ਸੰਬੰਧਿਤ ਮਾਮਲੇ ਵੀ ਸਾਹਮਣੇ ਆ ਰਹੇ ਨੇ। ਨਾਲ ਦੀ ਨਾਲ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ ਤੇ ਕੀ ਨੇ ਕੈਨੇਡਾ ਦੇ ਵਿੱਚ ਕੋਵਿਡ-19 ਦੇ ਹਾਲਾਤ। ਓਨਟਾਰੀਓ ਹਸਪੀਟਲ ਐਸੋਸੀਏਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰੋਵਿੰਸ ਇਸ ਸਮੇਂ ਕਰੋਨਾ ਦੀ ਤੀਸਰੀ ਵੇਵ ਦੇ ਵਿੱਚ ਦਾਖਲ ਹੋ ਚੁੱਕਿਆ ਹੈ, ਜਿਸ ਦਾ ਮਤਲਬ ਹੈ ਕਿ ਓਨਟਾਰੀਓ ਦੇ ਵਿੱਚ ਕੋਵਿਡ-19 ਦੀ ਥਰਡ ਵੇਵ ਸ਼ੁਰੂ ਹੋ ਚੁੱਕੀ ਹੈ। ਓਨਟਾਰੀਓ ਦੇ ਵਿੱਚ ਕੋਵਿਡ-19 ਮਾਮਲਿਆਂ ਦੇ ਨਾਲ-ਨਾਲ ਕਰੋਨਾ ਵਾਇਰਸ ਦੇ ਨਵੇਂ ਰੂਪ ਦੇ ਨਾਲ ਸੰਬੰਧਿਤ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੇ ਹਨ। ਐਸੋਸੀਏਸ਼ਨ ਦੇ ਅਕਾਊਂਟ ਤੋਂ ਇੱਕ ਟਵੀਟ ਸਾਹਮਣੇ ਆਇਆ, ਜਿਸ ਦੇ ਵਿੱਚ ਉਹਨਾਂ ਨੇ तमाम ਜਾਣਕਾਰੀ ਇਸ ਦੇ ਨਾਲ ਸੰਬੰਧਿਤ ਸਾਂਝੀ ਕੀਤੀ ਹੈ। ਬੀਤੇ 24 ਘੰਟਿਆਂ ਦੌਰਾਨ ਓਨਟਾਰੀਓ ਤੋਂ 1268 ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ 9 ਮੌਤਾਂ ਰਿਕਾਰਡ ਕੀਤੀਆਂ ਗਈਆਂ। ਟੋਰਾਂਟੋ ਤੋਂ 366, ਪੀਲ ਰੀਜਨ ਤੋਂ 220, ਯਾਰਕ ਰੀਜਨ ਤੋਂ 147, ਹੈਮਿਲਟਨ ਤੋਂ 71 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸੀਏ ਕਿ ਪ੍ਰੋਵਿੰਸ ਦੇ ਵਿੱਚ ਹੁਣ ਤੱਕ 7162 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਕਰਕੇ ਜਾਨ ਜਾ ਚੁੱਕੀ ਹੈ। ਪ੍ਰੋਵਿੰਸ ਦੇ ਵਿੱਚ ਹੁਣ ਤੱਕ ਦੇ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ 2,99,684 ਹੈ। ਇਸ ਸਮੇਂ ਇੱਥੇ 12,528 ਦੇ ਕਰੀਬ ਐਕਟਿਵ ਕਰੋਨਾ ਵਾਇਰਸ ਦੇ ਮਾਮਲੇ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 699 ਹੈ, ਜਿਨ੍ਹਾਂ ਵਿੱਚੋਂ 298 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ ਅਤੇ 187 ਵੈਂਟੀਲੇਟਰ ਦੇ ਉੱਪਰ ਨੇ। ਕਿਵੈਕ ਤੋਂ 594 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 10 ਮੌਤਾਂ ਇੱਥੇ ਦਰਜ ਕੀਤੀਆਂ ਗਈਆਂ। ਹੁਣ ਤੱਕ ਇੱਥੇ 2,98,186 ਕਨਫਰਮਡ ਕਰੋਨਾ ਕੇਸ ਹਨ ਅਤੇ 10,550 ਦੇ ਕਰੀਬ ਜਾਨਾਂ ਇੱਥੇ ਇਸ ਵਾਇਰਸ ਦੇ ਕਰਕੇ ਹੁਣ ਤੱਕ ਜਾ ਚੁੱਕੀਆਂ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 593 ਹੈ, ਜਿਨ੍ਹਾਂ ਵਿੱਚੋਂ 96 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟਿਆਂ ਦੌਰਾਨ 26,555 ਕਰੋਨਾ ਵੈਕਸੀਨ ਦਿੱਤੀਆਂ ਗਈਆਂ। ਮੈਨੀਟੋਬਾ ਦੀ ਗੱਲ ਕਰੀਏ ਤਾਂ ਇੱਥੇ 18 ਨਵੇਂ UK ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 9,11,000 ਦੇ ਕਰੀਬ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 22,482 ਦੇ ਕਰੀਬ ਇੱਥੇ ਮੌਤਾਂ ਕੋਵਿਡ-19 ਦੇ ਕਰਕੇ ਹੋ ਚੁੱਕੀਆਂ ਨੇ। 8,57,000 ਦੇ ਕਰੀਬ ਉਹ ਮਰੀਜ਼ ਹਨ ਜਿਨ੍ਹਾਂ ਨੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ, ਜਾਣੀ ਕਿ ਕੈਨੇਡਾ ਦਾ ਰਿਕਵਰਡ ਰੇਟ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਅਮਰੀਕਾ ਬਾਰਡਰ ਦੇ ਉੱਪਰ ਟਰੂਡੋ ਦਾ ਬਿਆਨ, ਬਾਰਡਰ ਖੁੱਲਣਗੇ ਪਰ ਹਾਲੇ ਨਹੀਂ। ਕੈਨੇਡਾ ਦੇ ਵਿੱਚ ਇਸ ਸਾਲ ਘਰਾਂ ਦੀ ਹੋਵੇਗੀ ਰਿਕਾਰਡ ਸੇਲ, CREA ਨੇ ਦਿੱਤੀ ਜਾਣਕਾਰੀ। ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਫਿਰ ਤੋਂ ਲੱਗੇਗੀ ਰੌਣਕ, ਵਿਦਿਆਰਥੀ ਆ ਸਕਣਗੇ ਕਲਾਸਾਂ ਦੇ ਵਿੱਚ। ਵਾਲਮਾਰਟ ਨੇ ਕੈਨੇਡਾ ਦੇ ਵਿੱਚ ਚੁੱਕਿਆ ਵੱਡਾ ਕਦਮ, ਕੈਨੇਡਾ ਦੇ ਵਿੱਚ 6 ਸਟੋਰ ਕੀਤੇ ਜਾ ਰਹੇ ਬੰਦ। ਟਰੂਡੋ ਦਾ ਐਸਟ੍ਰਾਜੈਨਿਕਾ ਦੇ ਬਾਰੇ ਵਿੱਚ ਦਾਅਵਾ, ਟਰੂਡੋ ਨੇ ਕਿਹਾ ਐਸਟ੍ਰਾਜੈਨਿਕਾ ਹੈ ਸੁਰੱਖਿਅਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।